speak in tongues. Sure, he impersonates it. It isn't the genuine, but it impersonates it, you see. Makes it look like it's real. ਜਿਵੇਂ ਮੈਂ ਕਈ ਵਾਰ ਉੱਚੀ ਉੱਚੀ ਰੌਲਾ ਪਾਉਣ ਦੇ ਬਾਰੇ ਵਿੱਚ ਕਿਹਾ ਹੈ, ਮੈਂ ਦੁਸ਼ਟ ਆਤਮਿਆਂ ਨੂੰ ਰੌਲਾ ਪਾਉਂਦੇ ਹੋਏ ਦੇਖਿਆ ਹੈ। ਦੇਖੋ, ਪਰਾਈ ਭਾਸ਼ਾ ਵਿੱਚ ਬੋਲਣਾ, ਮੈਂ ਦੁਸ਼ਟ ਆਤਮਿਆਂ ਨੂੰ ਪਰਾਈ ਭਾਸ਼ਾ ਵਿੱਚ ਬੋਲਦੇ ਹੋਏ ਦੇਖਿਆ ਹੈ। ਯਕੀਨਨ ਉਹ ਇਸ ਦੀ ਨਕਲ ਕਰਦਾ ਹੈ। ਇਹ ਅਸਲੀ ਨਹੀਂ ਹੈ, ਪਰ ਉਹ ਇਸ ਦੀ ਨਕਲ ਕਰਦਾ ਹੈ। ਤੁਸੀਂ ਦੇਖੋ, ਉਹ ਇਸ ਨੂੰ ਅਸਲੀ ਵਾਂਗ ਬਣਾਉਂਦਾ ਹੈ। And people sometimes who don't know the difference declare this to be real when it isn't real. ਅਤੇ ਕਦੀ-ਕਦੀ ਉਹ ਲੋਕ ਜਿਹੜੇ ਫਰਕ ਨਹੀਂ ਜਾਣਦੇ ਹਨ, ਐਲਾਨ ਕਰ ਦਿੰਦੇ ਹਨ ਕਿ ਇਹ ਅਸਲੀ ਹੈ, ਜਦ ਕਿ ਅਸਲੀ ਨਹੀਂ ਹੁੰਦਾ ਹੈ। And the same thing they do by divine healing. They think, well, it's a hocus pocus or something like that. It isn't. ਅਤੇ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਉਹ ਰੱਬੀ ਚੰਗਾਈ ਨਾਲ ਕਰਦੇ ਹਨ। ਉਹ ਸੋਚਦੇ ਹਨ, ਅੱਛਾ, ਉਹ ਇੱਕ ਜਾਦੂ ਟੂਣਾ ਜਾਂ ਉਸ ਦੇ ਵਰਗੀ ਕੋਈ ਚੀਜ਼ ਹੈ। ਇਸ ਤਰ੍ਹਾਂ ਨਹੀਂ ਹੈ। It's a genuine, unadulterated faith in what God said to be the truth. ਇਹ ਉਸ ਵਿੱਚ ਸ਼ੁੱਧ ਨਾ ਮਿਲਾਵਟ ਹੋਣ ਵਾਲਾ ਵਿਸ਼ਵਾਸ ਹੈ ਕਿ ਜੋ ਪਰਮੇਸ਼ਵਰ ਨੇ ਕਿਹਾ ਹੈ ਉਹ ਸੱਚ ਹੈ। And that anchors. And when it anchors, there's nothing going to move it. It's going to stay there. And therefore, cutting these corners. ਅਤੇ ਪਕੜ ਬਣਾਉਂਦਾ ਹੈ ਅਤੇ ਜਿਆਦਾ ਪਕੜ ਬਣਾ ਲੈਂਦਾ ਹੈ। ਕੋਈ ਚੀਜ਼ ਨਹੀਂ ਹੈ ਜੋ ਇਸ ਨੂੰ ਹਿਲਾ ਦੇਵੇ। ਉਹ ਉੱਥੇ ਹੀ ਠਹਿਰਿਆ ਰਹਿੰਦਾ ਹੈ ਅਤੇ ਇਸ ਲਈ ਇਹਨਾਂ ਮੋੜਾਂ ਨੂੰ ਕੱਟਣਾ। Now, faith is a revelation from God. Now, faith is a revelation. That's where I want to stay there just a moment. It's a revelation. ਹੁਣ ਦੇਖੋ, ਵਿਸ਼ਵਾਸ ਪਰਮੇਸ਼ਰ ਵੱਲੋਂ ਮਿਲਣ ਵਾਲਾ ਪ੍ਰਕਾਸ਼ਨ ਹੈ। ਹੁਣ ਵਿਸ਼ਵਾਸ ਇੱਕ ਪ੍ਰਕਾਸ਼ਨ ਹੈ। ਇਹੀ ਹੈ ਜਿੱਥੇ ਮੈਂ ਥੋੜੀ ਦੇਰ ਲਈ ਰੁਕਣਾ ਚਾਹੁੰਦਾ ਹਾਂ। ਇਹ ਇੱਕ ਪ੍ਰਕਾਸ਼ਨ ਹੈ। He has revealed it to you by His grace. It's nothing you did. You didn't work yourself up into faith. You ever have faith, it's given to you by the grace of God. ਉਸਨੇ ਇਸ ਨੂੰ ਤੁਹਾਡੇ ਉੱਪਰ ਆਪਣੀ ਕਿਰਪਾ ਦੁਆਰਾ ਪ੍ਰਗਟ ਕੀਤਾ ਹੈ। ਤੁਸੀਂ ਇਸ ਲਈ ਕੁਝ ਵੀ ਨਹੀਂ ਕੀਤਾ ਹੈ। ਤੁਸੀਂ ਵਿਸ਼ਵਾਸ ਪ੍ਰਾਪਤ ਕਰਨ ਲਈ ਕੰਮ ਨਹੀਂ ਕੀਤਾ ਹੈ। ਤੁਹਾਡੇ ਕੋਲ ਹਮੇਸ਼ਾ ਹੀ ਵਿਸ਼ਵਾਸ ਸੀ। ਇਹ ਤੁਹਾਨੂੰ ਪਰਮੇਸ਼ਰ ਦੀ ਕਿਰਪਾ ਨੇ ਦਿੱਤਾ ਹੈ। And God reveals it to you. Therefore, faith is a revelation. And the whole church of God is built upon the revelation. ਅਤੇ ਪਰਮੇਸ਼ਵਰ ਨੇ ਇਸ ਨੂੰ ਤੁਹਾਡੇ ਉੱਤੇ ਪ੍ਰਗਟ ਕੀਤਾ ਹੈ। ਇਹ ਲਈ ਵਿਸ਼ਵਾਸ ਇੱਕ ਪ੍ਰਕਾਸ਼ਨ ਹੈ ਅਤੇ ਪਰਮੇਸ਼ਵਰ ਦੀ ਸੰਪੂਰਨ ਕਲੀਸਿਆ ਪ੍ਰਕਾਸ਼ਨ ਉੱਪਰ ਬਣੀ ਹੋਈ ਹੈ। A Baptist minister told me not long ago, he said, I just can't accept revelation. ਜ਼ਿਆਦਾ ਸਮਾਂ ਨਹੀਂ ਹੋਇਆ ਹੈ ਕਿ ਇੱਕ ਬੈਪਟਿਸਟ ਸੇਵਾਦਾਰ ਨੇ ਮੈਨੂੰ ਕਿਹਾ, ਉਸਨੇ ਕਿਹਾ, ਮੈਂ ਪ੍ਰਕਾਸ਼ਨ ਨੂੰ ਕਬੂਲ ਨਹੀਂ ਕਰ ਸਕਦਾ ਹਾਂ। I said, then you cannot accept the Bible. You cannot accept Christ because He is the revelation of God. He's God revealed in flesh. Therefore, the whole church is built upon divine revelation. ਮੈਂ ਕਿਹਾ, ਫਿਰ ਤਾਂ ਤੁਸੀਂ ਬਾਈਬਲ ਨੂੰ ਵੀ ਕਬੂਲ ਨਹੀਂ ਕਰ ਸਕਦੇ ਹੋ। ਤੁਸੀਂ ਮਸੀਹ ਨੂੰ ਕਬੂਲ ਨਹੀਂ ਕਰ ਸਕਦੇ ਹੋ ਕਿਉਂਕਿ ਉਹ ਪਰਮੇਸ਼ਵਰ ਦਾ ਪ੍ਰਕਾਸ਼ਨ ਹੈ। ਉਹ ਪਰਮੇਸ਼ਵਰ ਹੈ ਜੋ ਸਰੀਰ ਵਿੱਚ ਪ੍ਰਗਟ ਹੋਇਆ ਸੀ। ਇਸ ਲਈ ਸੰਪੂਰਨ ਕਲੀਸਿਆ ਰੱਬੀ ਪ੍ਰਕਾਸ਼ਨ ਉੱਪਰ ਬਣੀ ਹੋਈ ਹੈ। Jesus said to, I believe it was Peter, he said, who does man say I, the Son of Man, am? He's talking to his disciples, and some said, you're Elias and Moses or one of the prophets, Jeremiah. He said, but who do you say? ਯਿਸੂ ਨੇ, ਮੇਰਾ ਖਿਆਲ ਹੈ ਕਿ ਉਹ ਪਤਰਸ ਸੀ, ਪੁੱਛਿਆ ਸੀ, ਲੋਕ ਮਨੁੱਖ ਦੇ ਪੁੱਤਰ ਨੂੰ ਕੀ ਕਹਿੰਦੇ ਹਨ? ਉਹ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀ ਅਤੇ ਕਈ ਤੈਨੂੰ ਏਲੀਆ ਅਤੇ ਕਈ ਮੂਸਾ ਅਤੇ ਕਈ ਨਬੀਆਂ ਵਿੱਚੋਂ ਇੱਕ ਅਤੇ ਕਈ ਜਿਰਮੀਆ ਆਦਿ ਕਹਿੰਦੇ ਹਨ। ਉਸਨੇ ਕਿਹਾ, ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ? He said, thou art the Christ, the Son of the living God. Now the Roman Catholic Church says he was speaking to Peter. Upon this rock I'll build my church. The Protestant said he's building it upon himself. ਉਸਨੇ ਕਿਹਾ, ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ। ਹੁਣ ਰੋਮਨ ਕੈਥੋਲਿਕ ਕਲੀਸਿਆ ਕਹਿੰਦੀ ਹੈ ਉਹ ਪਤਰਸ ਨਾਲ ਗੱਲ ਕਰ ਰਿਹਾ ਸੀ। ਇਹ ਚਟਾਨ ਦੇ ਉੱਪਰ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ। ਪ੍ਰੋਟੈਸਟੈਂਟ ਕਹਿੰਦੇ ਹਨ ਉਹ ਇਸ ਨੂੰ ਆਪਣੇ ਉੱਪਰ ਬਣਾ ਰਿਹਾ ਸੀ। They could be right. But to me, both of them's wrong. It was upon the spiritual revelation of who he was. ਹੁਣ ਹੋ ਸਕਦਾ ਹੈ ਕਿ ਉਹ ਠੀਕ ਹੋਣ, ਪਰ ਮੇਰੇ ਲਈ ਉਹ ਦੋਵੇਂ ਹੀ ਗਲਤ ਹਨ। ਇਹ ਤਾਂ ਇਸ ਆਤਮਿਕ ਪ੍ਰਕਾਸ਼ਨ ਦੇ ਉੱਪਰ ਕਿ ਉਹ ਕੌਣ ਹੈ ਬਣਾਈ ਗਈ ਸੀ। Flesh and blood has not revealed this to you, Peter, but my Father which is in heaven has revealed this to you. ਪਤਰਸ,
ਲਹੂ ਅਤੇ ਮਾਸ ਨੇ ਤੇਰੇ ਉੱਪਰ ਇਹ ਗੱਲ ਪ੍ਰਗਟ ਨਹੀਂ ਕੀਤੀ ਹੈ। And upon this rock, the revelation of who He is, upon the revelation He is the Word in the whole, upon this rock I'll build my church, and the gates of hell cannot prevail against it. It showed the gates of hell would be against it. ਅਤੇ ਚਟਾਨ ਉੱਪਰ, ਇਸ ਪ੍ਰਕਾਸ਼ਨ ਦੇ ਉੱਪਰ ਕਿ ਉਹ ਕੌਣ ਸੀ? ਪ੍ਰਕਾਸ਼ਨ ਉੱਤੇ ਉਹ ਵਚਨ ਹੈ ਅਤੇ ਸੰਪੂਰਨ ਇਸ ਪ੍ਰਕਾਸ਼ਨ ਉੱਪਰ ਮੈਂ ਆਪਣੀ ਕਲੀਸਿਆ ਖੜੀ ਕਰਾਂਗਾ ਅਤੇ ਨਰਕ ਦੇ ਫਾਟਕਾਂ ਦਾ ਉਸ ਉੱਤੇ ਕੋਈ ਵਸ ਨਹੀਂ ਚੱਲੇਗਾ। ਇਹ ਦਿਖਾਉਂਦਾ ਹੈ ਕਿ ਨਰਕ ਦੇ ਫਾਟਕ ਇਸ ਦੇ ਵਿਰੁੱਧ ਹੋਣਗੇ। Abel by faith, revelation, no Bible written in those days, but Abel by faith offered unto God a more excellent sacrifice than that which came, which God testified he was righteous. ਹਾਬਲ ਨੇ ਵਿਸ਼ਵਾਸ ਦੇ ਦੁਆਰਾ ਅਰਥਾਤ ਪ੍ਰਕਾਸ਼ਨ ਦੇ ਦੁਆਰਾ, ਉਹਨਾਂ ਦਿਨਾਂ ਵਿੱਚ ਲਿਖੀ ਹੋਈ ਬਾਈਬਲ ਕੋਈ ਨਹੀਂ ਸੀ। ਹਾਬਲ ਨੇ ਵਿਸ਼ਵਾਸ ਦੁਆਰਾ ਹੀ ਕਾਇਨ ਤੋਂ ਉੱਤਮ ਕੁਰਬਾਨੀ ਪਰਮੇਸ਼ਵਰ ਨੂੰ ਚੜਾਈ ਸੀ, ਜਿਸ ਦੀ ਗਵਾਹੀ ਪਰਮੇਸ਼ਵਰ ਨੇ ਦਿੱਤੀ ਸੀ ਉਹ ਧਰਮੀ ਸੀ। How? By faith. How? By revelation. By revelation, Abel offered unto God a more excellent sacrifice because it was revealed to him that it wasn't fruits of the field, it was the blood. ਕਿਵੇਂ? ਵਿਸ਼ਵਾਸ ਦੇ ਦੁਆਰਾ। ਕਿਵੇਂ? ਪ੍ਰਕਾਸ਼ਨ ਦੇ ਦੁਆਰਾ। ਪ੍ਰਕਾਸ਼ਨ ਦੇ ਦੁਆਰਾ ਹਾਬਲ ਨੇ ਪਰਮੇਸ਼ਵਰ ਲਈ ਉੱਤਮ ਬਲੀਦਾਨ ਚੜਾਇਆ, ਕਿਉਂਕਿ ਉਸ ਕੋਲ ਇਹ ਪ੍ਰਕਾਸ਼ਨ ਸੀ ਕਿ ਧਰਤੀ ਦਾ ਫਲ ਨਹੀਂ ਸੀ ਬਲਕਿ ਲਹੂ ਸੀ। That's why some people can believe it and some can't believe it. Some try to make believe it. ਇਸ ਕਰਕੇ ਕੁਝ ਲੋਕ ਤਾਂ ਵਿਸ਼ਵਾਸ ਕਰ ਸਕਦੇ ਹਨ ਅਤੇ ਕੁਝ ਇਸ ਦਾ ਵਿਸ਼ਵਾਸ ਨਹੀਂ ਕਰ ਸਕਦੇ ਹਨ ਅਤੇ ਕੁਝ ਇਸ ਦਾ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। In an audience of people where a prayer line comes through, you'll find some, and they're all good people, we'll say there's some that's trying hard to believe it, trying to work themselves into it. Some just can't do it at all, and others, it just by grace, it's just given to them. ਪ੍ਰਾਰਥਨਾ ਦੀ ਕਤਾਰ ਵਿੱਚ ਜਿੱਥੇ ਲੋਕਾਂ ਦੀ ਭੀੜ ਆਉਂਦੀ ਹੈ, ਤੁਸੀਂ ਕੁਝ ਵੇਖੋਗੇ, ਅਸੀਂ ਕਹਾਂਗੇ ਕਿ ਉਹ ਸਾਰੇ ਹੀ ਚੰਗੇ ਲੋਕ ਸਨ। ਉੱਥੇ ਕੁਝ ਲੋਕ ਇਸ ਦਾ ਵਿਸ਼ਵਾਸ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਨ, ਆਪਣੇ ਆਪ ਨੂੰ ਇਸ ਵਿੱਚ ਕਿਰਿਆਸ਼ੀਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਲੋਕ ਇਸ ਦਾ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੇ ਹਨ ਅਤੇ ਬਾਕੀਆਂ ਨੂੰ ਇਹ ਬਸ ਕਿਰਪਾ ਦੇ ਦੁਆਰਾ ਉਹਨਾਂ ਨੂੰ ਦੇ ਦਿੱਤਾ ਜਾਂਦਾ ਹੈ। Now there is the difference. See? That does it. That's the real revelation, because faith is a revelation from God. It must be revealed first. ਹੁਣ ਇਹੀ ਫਰਕ ਹੈ। ਦੇਖਿਆ, ਉਹ ਇਸ ਤਰ੍ਹਾਂ ਕਰਦਾ ਹੈ। ਇਹ ਸੱਚਾ ਪ੍ਰਕਾਸ਼ਨ ਹੈ ਕਿਉਂਕਿ ਵਿਸ਼ਵਾਸ ਪਰਮੇਸ਼ਵਰ ਵੱਲੋਂ ਮਿਲਣ ਵਾਲਾ ਪ੍ਰਕਾਸ਼ਨ ਹੈ। ਇਹ ਪਹਿਲਾਂ ਪ੍ਰਗਟ ਹੋਣਾ ਚਾਹੀਦਾ ਹੈ। Jesus clearly expressed this when he said, "No man can come to me except my Father draws him first or reveals me to him first." ਯਿਸੂ ਨੇ ਇਸ ਦਾ ਸਪਸ਼ਟ ਬਿਆਨ ਕੀਤਾ ਹੈ। ਯਾਦ ਉਸਨੇ ਕਿਹਾ ਸੀ, ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਹੈ ਜਦ ਤੱਕ ਕਿ ਮੇਰਾ ਪਿਤਾ ਉਸ ਨੂੰ ਨਾ ਖਿੱਚੇ ਜਾਂ ਜਦ ਤੱਕ ਕਿ ਮੈਨੂੰ ਉਸ ਉੱਪਰ ਪ੍ਰਗਟ ਨਾ ਕਰ ਦੇਵੇ। You ought to read that. It's St. John 6:44 to 46. ਤੁਹਾਨੂੰ ਇਹ ਪੜ੍ਹਨਾ ਚਾਹੀਦਾ ਹੈ। ਇਹ ਸੰਤ ਯਾਕੂਬ ਜਾਂ ਸੰਤ ਯੋਹੰਨਾ 6:44 ਅਤੇ 46 ਤੱਕ ਹੈ। They didn't know who he was. They thought he's just an ordinary man. They thought him just to be, as people does today, some prophet. ਉਹ ਨਹੀਂ ਜਾਣਦੇ ਸਨ ਕਿ ਉਹ ਕੌਣ ਸੀ। ਉਹਨਾਂ ਨੇ ਸੋਚਿਆ ਕਿ ਉਹ ਸਿਰਫ ਇੱਕ ਸਧਾਰਨ ਆਦਮੀ ਹੀ ਹੈ। ਉਹਨਾਂ ਨੇ ਉਸ ਦੇ ਬਾਰੇ ਉਦਾਂ ਹੀ ਸੋਚਿਆ ਜਿਵੇਂ ਅੱਜ ਲੋਕ ਸੋਚਦੇ ਹਨ। ਉਹ ਇੱਕ ਕੋਈ ਨਬੀ ਸੀ। He was a prophet. He was an ordinary man. But there was more than that. ਉਹ ਇੱਕ ਨਬੀ ਸੀ, ਉਹ ਇੱਕ ਸਧਾਰਨ ਆਦਮੀ ਸੀ, ਪਰ ਉਹ ਉਸ ਤੋਂ ਵੀ ਵੱਧ ਕੇ ਸੀ। Just like last night speaking, when you get the book, you're going to see maybe a little confusion there of what I said, the two books of life. It's the same book. But one of them is your natural birth. The other one is your spiritual birth. One leads out to the other, and it's just like a stalk of wheat. ਜਿਵੇਂ ਪਿਛਲੀ ਰਾਤ ਮੈਂ ਬੋਲ ਰਿਹਾ ਸੀ, ਜਾਂ ਤੁਹਾਨੂੰ ਪੁਸਤਕ ਮਿਲ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਤੁਸੀਂ ਉੱਥੇ ਥੋੜੀ ਜਿਹੀ ਗੜਬੜ ਵਿੱਚ ਪੈ ਜਾਓ। ਜਿੱਥੇ ਮੈਂ ਕਿਹਾ ਸੀ ਕਿ ਦੋ ਜੀਵਨ ਦੀਆਂ ਪੁਸਤਕਾਂ ਹਨ, ਪਰ ਇਹ ਇੱਕ ਹੀ ਪੁਸਤਕ ਹੈ। ਉਹਨਾਂ ਵਿੱਚੋਂ ਇੱਕ ਤੁਹਾਡੀ ਕੁਦਰਤੀ ਜਨਮ ਦੀ ਪੁਸਤਕ ਹੈ ਅਤੇ ਦੂਸਰੀ ਤੁਹਾਡੀ ਆਤਮਿਕ ਜਨਮ ਦੀ ਪੁਸਤਕ ਹੈ।
ਇੱਕ ਪੁਸਤਕ ਤੁਹਾਨੂੰ ਦੂਸਰੀ ਪੁਸਤਕ ਤੱਕ ਪਹੁੰਚਾਉਂਦੀ ਹੈ, ਜਿਵੇਂ ਕਣਕ ਦਾ ਨਾੜ। Well, now you talk of me.